ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਿਹੜਾ ਸੇਵਾ ਦਾ ਫਲ ਹੈ ਨਾ ਸਭ ਤੋਂ ਉੱਤਮ ਹੈ, ਲੇਕਿਨ ਸਾਰਿਆਂ ਦੇ ਵਿੱਚੋਂ ਜਿਹੜੀ ਵੱਡੀ ਸੇਵਾ ਉਹ ਹੈ ਸੰਤ ਸੇਵਾ। ਜਿਹੜੀ ਸੰਤਾਂ ਦੀ ਕੀਤੀ ਹੋਈ ਸੇਵਾ ਹੁੰਦੀ ਹੈ ਨਾ, ਉਹਦਾ ਫਲ ਸਭ ਤੋਂ ਅਧਿਕ ਹੁੰਦਾ। ਉਹਦਾ ਇੰਨਾ ਭਾਰਾ ਫਲ ਹੁੰਦਾ ਹੈ ਕਿ ਆਮ ਜਿਹੜਾ ਇਨਸਾਨ ਆ ਉਹਦੀ ਅਕਲ ਜਿਹੜੀ ਆ ਉਹਨੂੰ ਕਦੀ ਵੀ ਜਿਹੜਾ ਹੈ ਉਹ ਆਪਣੇ ਦੇ ਵਿੱਚ ਪਕੜ ਨਹੀਂ ਸਕਦੀ। ਭਾਵ ਕੀ ਆ, ਬੜੇ ਹੈਰਾਨੀਜਨਕ ਫਲ ਜਿਹੜੇ ਹਨ ਸੰਤ ਸੇਵਾ ਤੋਂ ਸਾਨੂੰ ਮਿਲਦੇ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਭਾਵ ਕੀ ਹੈ ਕਿ ਖਲਗਤ ਦੀ ਸੇਵਾ ਜਿਹੜੀ ਹੈ ਉਹ ਪਰਮੇਸ਼ਰ ਦੀ ਸੇਵਾ ਹੈ, ਅਤੇ ਜਿਹੜੀ ਗੁਰੂ ਦੀ ਸੇਵਾ ਹੈ ਨਾ ਉਹ ਹੈ ਸੰਤਾਂ ਦੀ ਸੇਵਾ। ਭਾਵ ਕੀ ਹੈ, ਨਿਰਗੁਣ ਦੀ ਸੇਵਾ ਪੂਰੀ ਜੋ ਲਕਾਈ ਉਹਦੀ ਸੇਵਾ, ਅਤੇ ਜਿਹੜੇ ਗੁਰੂ ਹੈ ਸੰਤਾਂ ਦੀ ਸੇਵਾ ਜਿਹੜੀ ਹੈ ਉਹ ਸਰਗਣ ਦੀ ਸੇਵਾ ਹੈਗੀ ਆ। ਸੋ ਭਾਵ ਕਿ ਪਰਮੇਸ਼ਰ ਦੇ ਨੇ ਦੋਨੇ ਰੂਪਾਂ ਦੀ ਜਿਹੜੀ ਸੇਵਾ ਹੈਗੀ ਆ ਉਹ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਆ। ਸੋ ਆਓ ਅੱਜ ਇਸ ਵਿਸ਼ੇ ਦੇ ਉੱਤੇ ਕਿ ਸੰਤਾਂ ਦੀ ਸੇਵਾ ਦਾ ਕਿੱਡਾ ਅਦਭੁਤ ਫਲ ਹੈ ਨਾ, ਇਹਦੇ ਜਿਹੜੀਆਂ ਦੋ ਵਿਚਾਰਾਂ ਜਾਂ ਦੋ ਪ੍ਰਸੰਗ ਆ ਨਾ, ਆਪ ਸਾਰੀਆਂ ਸੰਗਤਾਂ ਦੇ ਨਾਲ ਦਾ ਸਾਂਝਾ ਕਰਦਾ। ਸੋ ਪਹਿਲਾ ਪ੍ਰਸੰਗ ਇਹ ਹੈਗਾ ਕਿ ਮਹਾਂਪੁਰਖ ਦੱਸਦੇ ਹੁੰਦੇ ਸੀਗੇ ਕਿ ਇੱਕ ਵਾਰ ਕਿਸੇ ਮਹਾਂਪੁਰਖਾਂ ਦਾ ਜਿਹੜਾ ਆਪਣਾ ਆਸ਼ਰਮ ਹੁੰਦਾ ਸੀਗਾ, ਡੇਰਾ ਹੁੰਦਾ ਸੀਗਾ, ਉਹਦੇ ਵਿੱਚ ਜਿਹੜੇ ਨਾ ਸਾਧੂ ਸੀਗੇ ਕਿ ਬੜੇ ਬਹੁਤ ਉੱਚ ਕੋਟੀ ਦੇ ਸਾਧੂ ਉਹਦੇ ਵਿੱਚ ਰਹਿੰਦੇ ਹੁੰਦੇ ਸੀਗੇ। ਦੇਖੋ ਕਹਿੰਦੇ ਇਸੇ ਹੀ ਡੇਰੇ ਦੇ ਨਜ਼ਦੀਕ ਇੱਕ ਕਿਸੇ ਪਰਿਵਾਰ ਦਾ ਘਰ ਸੀਗਾ। ਉਹ ਆਪਣੇ ਪਰਿਵਾਰ ਦੇ ਘਰਾਂ ਦੇ ਕੋਲ ਹੈ ਨਾ ਜਿਹੜਾ ਘਰ ਦਾ ਗੁਜ਼ਾਰਾ ਸੀ ਜ਼ਿਆਦਾ ਉਹ ਖੇਤੀਬਾੜੀ ਦੇ ਨਾਲੋਂ ਦੁੱਧ ਦੇ ਵਿੱਚ ਜ਼ਿਆਦਾ ਹੁੰਦਾ ਸੀ। ਸੋ ਘਰ ਦੇ ਵਿੱਚ ਮੱਝਾਂ ਵੀ ਸੀ, ਗਾਵਾਂ ਸੀਗੀਆਂ। ਇਸ ਕਰਕੇ ਉਹ ਜਿਹੜਾ ਘਰ ਦਾ ਮਾਲਕ ਸੀਗਾ, ਜਿਹੜੇ ਉਹਦੇ ਘਰੋਂ ਸੀ ਹੈ ਨਾ, ਉਹ ਬੀਬੀ ਜਿਹੜੀ ਸੀ ਉਹ ਸੰਤ ਸੇਵਾ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੀਆਂ ਮਨ ਵਿੱਚ ਚਾਹਨਾ ਰੱਖਦੀ ਹੁੰਦੀ ਸੀ, ਕਿਉਂਕਿ ਨਾਲ ਹੀ ਜਿਹੜੇ ਨਜ਼ਦੀਕ ਜਿਹੜੇ ਸੀ ਉਹ ਸਾਧੂ ਰਹਿੰਦੇ ਹੁੰਦੇ ਸੀ। ਸੋ ਬੀਬੀ ਜਦ ਹੈ ਨਾ ਵੇਲਾ ਕਵੇਲਾ ਹੁੰਦਾ, ਜਦੋਂ ਸਮਾਂ ਦੇਖਦੀ ਤਾਂ ਉਹ ਸੰਤਾਂ ਦੀ ਸੇਵਾ ਜਿਹੜੀ ਆ ਉਹ ਕਰਦੀ, ਘਰੋਂ ਦੁੱਧ ਚੁੱਕ ਕੇ ਲੈ ਜਾਂਦੀ ਅਤੇ ਦੁੱਧ ਜਿਹੜਾ ਸੀਗਾ ਉਹ ਉਸ ਡੇਰੇ ਦੇ ਵਿੱਚ ਪਹੁੰਚਾ ਦਿੰਦੀ, ਤਾਂ ਜਿਹੜੇ ਸਾਧੂ ਸੰਤ ਆ ਨਾ ਉਹ ਦੁੱਧ ਜਿਹੜਾ ਅੰਮ੍ਰਿਤ ਹੈਗਾ ਉਹਦੀ ਵਰਤੋਂ ਲੰਗਰ ਦੇ ਵਿੱਚ ਕਰ ਸਕਣ। ਇਸ ਤਰ੍ਹਾਂ ਉਹ ਬੀਬੀ ਜਿਹੜੀ ਸੀ ਨਾ ਇਹ ਸੇਵਾ ਕਰਦੀ ਹੁੰਦੀ ਸੀ। ਲੇਕਿਨ ਜਿਹੜਾ ਉਹਦਾ ਘਰ ਵਾਲਾ ਹੁੰਦਾ ਸੀ ਨਾ, ਉਸ ਬੀਬੀ ਦੀ ਇਸ ਸੇਵਾ ਤੋਂ ਬੜਾ ਚਿੜਦਾ ਹੁੰਦਾ ਸੀਗਾ, ਅਤੇ ਉਹਨੂੰ ਇੱਥੋਂ ਵੀ ਕਹਿੰਦਾ ਹੁੰਦਾ ਸੀਗਾ ਕਿ ਇਹ ਜਿਹੜੇ ਸਾਧ ਹੈਗੇ ਆ ਇਹ ਕੋਈ ਕੰਮ ਘਰ ਨਹੀਂ ਕਰਦੇ ਹੈਗੇ, ਇਹ ਵਿਹਲੇ ਬੈਠ ਕੇ ਖਾਂਦੇ ਆ, ਅਤੇ ਤੂੰ ਇਹਨਾਂ ਵਿਹਲਿਆਂ ਬੈਠਿਆਂ ਨੂੰ ਜਿਹੜਾ ਹੈਗਾ ਉਹ ਘਰੋਂ ਦੁੱਧ ਲਿਆ ਕੇ ਜਿਹੜੀ ਉਹ ਦੇਈ ਜਾਂਦੀ ਆ। ਸੋ ਇਸ ਕਰਕੇ ਜਿਹੜਾ ਹੈ ਨਾ ਉਹ ਕਹਿੰਦਾ ਹੁੰਦਾ ਸੀਗਾ ਕਿ ਇਹਨਾਂ ਸਾਧਾਂ ਨੂੰ ਜਾਣ ਕੇ ਅਗਰ ਕੋਈ ਦੇਖੇ ਵੀ ਦੁੱਧ ਕਿੱਥੋਂ ਬਣਦਾ ਹੈਗਾ, ਫਿਰ ਉਹ ਬਾਹਰ ਮਿਹਨਤ ਕਰਨ, ਫਿਰ ਉਹਨੂੰ ਪਤਾ ਲੱਗਦਾ ਹੈਗਾ ਕਿ ਇਹ ਦੁੱਧ ਜਿਹੜਾ ਹੈਗਾ ਕਿਵੇਂ ਪ੍ਰਾਪਤ ਹੁੰਦਾ ਹੈ। ਪਰ ਉਹ ਬੀਬੀ ਜਿਹੜੀ ਸੀ ਉਹ ਆਪਣੇ ਪਤੀ ਦੀਆਂ ਇੰਨੀਆਂ ਗੱਲਾਂ ਨੂੰ ਜਿਹੜੀ ਸੀ ਅਣਗੌਲਦੀ ਸੀਗੀ। ਸੋ ਇਸ ਕਰਕੇ ਬਿਨਾਂ ਪਰਿਵਾਰ ਤੋਂ ਨਾ ਕਰਦੇ ਹੋਏ ਵੀ ਹੈ ਨਾ ਉਹ ਜਦੋਂ ਵੀ ਉਹਨੂੰ ਟਾਈਮ ਚੋਰੀ ਛਿਪੇ ਮਿਲਦਾ ਉਹ ਮਹਾਂਪੁਰਖਾਂ ਨੂੰ ਘਰੋਂ ਕਦੀ ਲੱਸੀ ਭੇਜਦੀ, ਕਦੀ ਦਹੀਂ ਭੇਜਦੀ, ਕਦੀ ਦੁੱਧ ਭੇਜ ਦਿੰਦੀ। ਇਸ ਤਰ੍ਹਾਂ ਉਹ ਚੋਰੀ ਸੇਵਾ ਕਰਦੀ ਰਹਿੰਦੀ। ਪਰ ਘਰ ਦੇ ਵਿੱਚ ਨਾ ਕਈ ਵਾਰੀ ਉਹਦਾ ਜਿਹੜਾ ਘਰ ਵਾਲਾ ਹੁੰਦਾ ਸੀ ਇਸ ਗੱਲੋਂ ਆਪਣੀ ਪਤਨੀ ਦੇ ਨਾਲ ਝਗੜਦਾ ਵੀ ਰਹਿੰਦਾ ਸੀਗਾ, ਅਤੇ ਕਈ ਵਾਰ ਉਹਦੀ ਮਾਰ ਕਟਾਈ ਵੀ ਕਰ ਦਿੰਦਾ ਹੁੰਦਾ ਸੀ। ਪਰ ਉਹ ਬੀਬੀ ਜਿਹੜੀ ਸੀਗੀ ਨਾ ਸੰਤਾਂ ਦੀ ਸੇਵਾ ਦੇ ਵਿੱਚ ਲਗਾਤਾਰ ਤਤਪਰ ਰਹਿੰਦੀ ਹੁੰਦੀ ਸੀ। ਇੱਕ ਵਾਰ ਕੀ ਹੋਇਆ, ਉਹ ਜਿਹੜੀ ਬੀਬੀ ਸੀ ਉਹਦਾ ਇੱਕ ਇਕਲੌਤਾ ਪੁੱਤਰ ਸੀਗਾ। ਉਸ ਇਕਲੌਤੇ ਪੁੱਤਰ ਨੂੰ ਕਿਸੇ ਸੱਪ ਨੇ, ਨਾਗ ਨੇ ਡਸ ਲਿਆ, ਅਤੇ ਉਹਦੇ ਪੁੱਤਰ ਦੀ ਮ੍ਰਿਤੂ ਹੋ ਗਈ। ਜਦ ਉਹਦੇ ਪੁੱਤਰ ਦੀ ਮੌਤ ਹੋਈ ਤਾਂ ਜਦ ਉਹਦਾ ਘਰ ਵਾਲਾ ਆਇਆ ਤਾਂ ਉਹਨੇ ਆਪਣੀ ਘਰ ਵਾਲੀ ਨੂੰ ਇਹ ਲਾਂਭੇ ਦੇਣੇ ਸ਼ੁਰੂ ਕਰ ਦਿੱਤੇ ਕਿ ਤੂੰ ਇਹਨਾਂ ਸੰਤਾਂ ਦੀ ਸਾਧਾਂ ਦੀ ਜਿਹੜੀ ਹੈ ਨਾ ਦੁੱਧ ਦਹੀਂ ਨਾਲ ਸੇਵਾ ਕਰਦੀ ਰਹਿੰਦੀ ਆ, ਦੇਖ ਇਹਦਾ ਪ੍ਰਣਾਮ ਕੀ ਨਿਕਲਿਆ ਕਿ ਮੇਰੇ ਲੜਕੇ ਨੂੰ ਸੱਪ ਨੇ ਆ ਕੇ ਡੰਗ ਲਿਆ ਅਤੇ ਉਹਦੀ ਮੌਤ ਹੋ ਗਈ ਆ। ਹੁਣ ਤਾਂ ਤੂੰ ਇਸ ਤਰ੍ਹਾਂ ਕਰ, ਜਾਂ ਤਾਂ ਇਹ ਆਪਣਾ ਜਿਹੜਾ ਮੇਰਾ ਲੜਕਾ ਹੈਗਾ ਇਹਨੂੰ ਚੱਕ ਕੇ ਸੰਤਾਂ ਕੋਲ ਲੈ ਜਾ, ਕਿਉਂਕਿ ਤੂੰ ਸਾਰੀ ਉਮਰ ਉਹਨਾਂ ਦੀ ਸੇਵਾ ਕਰਦੀ ਰਹੀ ਦੁੱਧ ਦਹੀਂ ਨਾਲ, ਅਤੇ ਸੰਤਾਂ ਨੂੰ ਕਹਿ ਵੀ ਇਹ ਜਿਹੜਾ ਮੇਰਾ ਲੜਕਾ ਮਰ ਚੁੱਕਾ ਹੈ ਇਹਨੂੰ ਜਿੰਦਾ ਕਰ ਦਿਓ। ਅਗਰ ਉਹ ਜਿੰਦਾ ਨਹੀਂ ਕਰ ਸਕੇ ਹੈ ਨਾ ਅਤੇ ਫਿਰ ਉਹਦਾ ਘਰ ਵਾਲਾ ਆਪਣੀ ਘਰ ਵਾਲੀ ਨੂੰ ਕਹਿੰਦਾ, ਉਸ ਬੀਬੀ ਨੂੰ ਕਹਿੰਦਾ, ਜੇ ਸੰਤਾਂ ਨੇ ਇਸ ਲੜਕੇ ਨੂੰ ਜਿੰਦਾ ਨਹੀਂ ਕੀਤਾ ਫਿਰ ਮੈਂ ਤੈਨੂੰ ਵੀ ਜਿਹੜਾ ਹੈਗਾ ਇਹਦੇ ਨਾਲ ਹੀ ਮਾਰ ਕੇ ਦੋਨਾਂ ਨੂੰ ਇਕੱਠਿਆਂ ਨੂੰ ਸੜਾ ਦੂੰਗਾ। ਇਹ ਕਹਿ ਕੇ ਉਹਦਾ ਘਰ ਵਾਲਾ ਜਿਹੜਾ ਸੀ ਗੁੱਸੇ 'ਚ ਘਰੋਂ ਬਾਹਰ ਨਿਕਲ ਗਿਆ। ਜਦ ਬਾਹਰ ਨਿਕਲ ਗਿਆ ਉਹ ਬੀਬੀ ਜਿਹੜੀ ਵਿਚਾਰੀ ਦੇਖੋ ਹੁਣ ਫਿਰ ਕੀ ਕਰਦੀ। ਖੈਰ ਉਹ ਆਪਣੇ ਪੁੱਤਰ ਦੀ ਜਿਹੜੀ ਲਾਸ਼ ਵਾ ਉਹਨੂੰ ਲੈ ਕੇ ਸੰਤਾਂ ਦੇ ਕੋਲ ਚਲੇ ਗਈ। ਜਦ ਗਈ ਤਾਂ ਮਹਾਤਮਾ ਨੂੰ ਜਾ ਕੇ ਕਹਿਣ ਲੱਗੀ ਕਿ ਇਸ ਤਰ੍ਹਾਂ ਕਰਦੇ ਕਰਦੇ ਮੇਰੇ ਪੁੱਤਰ ਦੀ ਕਿਸੇ ਨਾਗ ਦੇ ਡਸਣ ਨਾਲ ਮੌਤ ਹੋ ਗਈ ਆ।
ਪਰ ਕਿਉਂਕਿ ਮੌਤ ਹੋਣੀ ਜਿਹੜੀ ਹੈਗੀ ਉਹ ਪਿਛਲੇ ਕਰਮਾਂ ਦੇ ਹਿਸਾਬ ਕਿਤਾਬ ਦੇ ਅਨੁਸਾਰ ਹੈਗੀ ਆ। ਪਰ ਕਿਉਂਕਿ ਤੁਹਾਨੂੰ ਪਤਾ ਕਿ ਮੇਰਾ ਘਰ ਵਾਲਾ ਬੜਾ ਅੜਬ ਹੈਗਾ, ਅਤੇ ਉਹ ਢਾਡੀ ਜਦੋਂ ਦੀ ਮੈਂ ਢਾਡੀ ਸੇਵਾ ਕਰਦੀ ਇਸ ਕੋਲੋਂ ਬਹੁਤ ਜਿਹੜਾ ਹੈਗਾ ਮੇਰੇ ਨਾਲ ਨਾਰਾਜ਼ ਰਹਿੰਦਾ। ਕਈ ਵਾਰੀ ਮਾਰ ਕਟਾਈ ਤੱਕ ਵੀ ਗੱਲ ਆ ਜਾਂਦੀ ਆ, ਅਤੇ ਆਮ ਉਹ ਘਰ ਦੇ ਵਿੱਚ ਮੇਰੇ ਨਾਲ ਝਗੜਦਾ ਰਹਿੰਦਾ ਹੈਗਾ। ਪਰ ਹੁਣ ਇੰਨਾ ਗੱਲ ਹੈਗਾ ਕਿ ਇਸ ਬੱਚੇ ਦੀ ਮੌਤ ਤੋਂ ਬਾਅਦ ਉਹ ਮੈਨੂੰ ਇਸ ਗੱਲ ਦੀ ਧਮਕੀ ਦੇ ਗਿਆ ਹੈਗਾ ਕਿ ਤੂੰ ਇਹ ਬੱਚਾ ਚੱਕ ਕੇ ਸੰਤਾਂ ਕੋਲ ਲੈ ਜਾ, ਉਹਨਾਂ ਨੂੰ ਕਹਿ ਵੀ ਇਹ ਬੱਚਾ ਜੀਂਦਾ ਕਰ ਦਿਓ। ਅਗਰ ਬੱਚਾ ਜੀਂਦਾ ਨਹੀਂ ਕਰਨਾ ਹੈਗਾ ਤਾਂ ਕਹਿੰਦੇ ਮੈਂ ਤੈਨੂੰ ਵੀ ਮਾਰ ਕੇ ਇਸੇ ਮੁੰਡੇ ਦੇ ਨਾਲ ਹੀ ਜਿਹੜਾ ਸੀਗਾ ਤੈਨੂੰ ਵੀ ਉਸ ਦੇ ਵਿੱਚ ਭਸਮ ਕਰ ਦੂੰਗਾ। ਜਦ ਇਸ ਤਰ੍ਹਾਂ ਦੀ ਗੱਲ ਬੀਬੀ ਨੇ ਕੀਤੀ ਮਹਾਂਪੁਰਖਾਂ ਦੇ ਕੋਲ, ਉਹ ਜਿਹੜੇ ਸਾਧੂ ਸੀ ਉਸ ਡੇਰੇ ਦੇ, ਉਹ ਬੜੇ ਹੈਰਾਨ ਹੋਏ ਪਰ ਚੁੱਪ ਵੀ ਕਰ ਗਏ। ਪਰ ਉਹ ਬੀਬੀ ਦੇਖੋ ਜਿਹਨੂੰ ਸੇਵਾ ਦੀ ਨਹੀਂ ਲਗਨ ਸੀ, ਸੰਤਾਂ ਨੂੰ ਕਹਿਣ ਲੱਗੀ ਕਿ ਮੈਨੂੰ ਮੇਰੀ ਮੌਤ ਦਾ ਕੋਈ ਡਰ ਨਹੀਂ, ਮੈਨੂੰ ਡਰ ਇਹ ਹੈਗਾ ਕਿ ਅਗਰ ਇਸ ਤਰ੍ਹਾਂ ਦਾ ਕੰਮ ਜਿਹੜਾ ਮੇਰੇ ਘਰ ਵਾਲੇ ਨੇ ਕਿਹਾ ਨਾ ਹੋਇਆ ਅਤੇ ਫਿਰ ਸੰਤਾਂ ਦੀ ਸੇਵਾ ਜਿਹੜੀ ਆ ਨਾ ਇਹਨੂੰ ਫਿਰ ਕਲੰਕ ਲੱਗ ਜਾਂਦਾ। ਹੋਰ ਮੈਨੂੰ ਆਪਣੀ ਮੌਤ ਦਾ ਕੋਈ ਭੈ ਨਹੀਂ ਆ ਕਿ ਮੌਤ ਤਾਂ ਇੱਕ ਦਿਨ ਆਉਣੀ ਆ, ਮੌਤ ਤਾਂ ਟੱਲ ਸੱਚਾਈ ਹੈਗੀ ਆ। ਪਰ ਜਿਹੜੇ ਸੰਤਾਂ ਨੂੰ ਕਲੰਕ ਲੱਗ ਜਾਵੇ ਇਹ ਫਿਰ ਕਲੰਕ ਕਦੀ ਧੋਤਾ ਨਹੀਂ ਜਾਣਾ। ਜਦ ਇਸ ਤਰ੍ਹਾਂ ਦੀ ਬੜੀ ਗੰਭੀਰ ਵਿਚਾਰ ਉਸ ਬੀਬੀ ਨੇ ਇਹਨਾਂ ਸਾਧੂ ਮਹਾਤਮਾ ਦੇ ਨਾਲ ਕੀਤੀ। ਦੇਖੋ ਉਹਨਾਂ ਮਹਾਤਮਾ ਦੇ ਵਿੱਚੋਂ ਇੱਕਣ ਬੜੇ ਪੂਜੇ ਹੋਏ ਮਹਾਤਮਾ ਸੀਗੇ, ਉਹ ਉੱਠੇ, ਉਹ ਕਹਿਣ ਲੱਗੇ ਠੀਕ ਹੈ ਬੀਬਾ, ਤੇਰੀ ਗੱਲ ਤਾਂ ਬੜੀ ਜਾਣੀ ਜੀ ਸ਼ਲਾਘਾਯੋਗ ਹੈਗੀ ਆ, ਇਸ ਕਰਕੇ ਤੂੰ ਇਸ ਤਰ੍ਹਾਂ ਕਰ ਕਿ ਆਪਣਾ ਜਿਹੜਾ ਲੜਕਾ ਹੈ ਨਾ ਇਹਨੂੰ ਇੱਧਰ ਲੈ ਆ। ਦੇਖੋ ਬੀਬੀ ਦੀ ਲਾਸ਼ ਨੇ ਉਹ ਸਾਧੂ ਦੇ ਮਹਾਤਮਾ ਦੇ ਮੂਹਰੇ ਆਪਣਾ ਲੜਕਾ ਜਿਹੜਾ ਸੀਗਾ ਉਹਦੀ ਲਾਸ਼ ਨੂੰ ਲੰਮਾ ਪਾਤਾ। ਉਹ ਸਾਧੂ ਨੇ ਕੀ ਕੀਤਾ, ਆਪਣੀ ਜਿਹੜੀ ਉਂਗਲ ਸੀ ਇੱਕ ਹੱਥ ਦੀ, ਉਹਨੂੰ ਇਸ ਤਰ੍ਹਾਂ ਲੰਬਾ ਕਰਕੇ ਉਹਦੇ ਮੂੰਹ ਦੇ ਲੜਕੇ ਦੇ ਉੱਪਰ ਕਰ ਦਿੱਤੀ। ਉੱਪਰ ਕਰਕੇ ਉਸ ਸਾਧੂ ਮਹਾਤਮਾ ਨੇ ਆਪਣੇ ਅੰਤਰ ਧਿਆਨ ਹੋ ਕੇ ਜਾਣੀ ਕੋਈ ਐਸਾ ਮੰਤਰ ਪੜ੍ਹਿਆ ਕਿ ਉਹਦੀ ਉਂਗਲ ਦੇ ਵਿੱਚੋਂ ਇੱਕ ਬਹੁਤ ਹੀ ਜਾਣੀ ਚਿੱਟੇ ਰੰਗ ਦਾ ਬੜਾ ਦੁਧੀਆ ਪਦਾਰਥ ਜਿਹੜਾ ਸੀਗਾ ਉਹ ਨਿਕਲਿਆ। ਜਦ ਉਹ ਨਿਕਲਿਆ ਹੈਗਾ ਤਾਂ ਉਹ ਉਸ ਲੜਕੇ ਦੇ ਮੂੰਹ ਦੇ ਵਿੱਚ ਜਿਹੜਾ ਸੀ ਇੱਕ ਤਿਬਕੇ ਵਾਂਗੂ ਜਿਹੜਾ ਸੀ ਅੰਦਰ ਚਲੇ ਗਿਆ। ਜਦ ਚਲੇ ਗਿਆ ਤਾਂ ਉਹ ਲੜਕਾ ਜਿਹੜਾ ਸੀ ਸਰਜੀਤ ਹੋ ਗਿਆ, ਜਿੰਦਾ ਹੋ ਗਿਆ ਦੁਬਾਰਾ। ਜਦ ਜਿੰਦਾ ਹੋ ਗਿਆ ਤਾਂ ਉਹ ਬੀਬੀ ਜਿਹੜੀ ਸੀਗੀ ਉਹ ਲੜਕੇ ਨੂੰ ਚੱਕ ਕੇ ਘਰ ਵਾਪਸ ਲਈ। ਜਦ ਵਾਪਸ ਲਈ ਆ ਅਤੇ ਇਸ ਗੱਲ ਦਾ ਜਿਹੜਾ ਰੌਲਾ ਸੀ ਸਾਰੇ ਹੀ ਪੈ ਗਿਆ। ਜਦ ਪੈ ਗਿਆ ਅਤੇ ਜਦੋਂ ਉਹਦੇ ਘਰ ਵਾਲੇ ਨੂੰ ਪਤਾ ਲੱਗਿਆ, ਜਦ ਉਹ ਵੀ ਆਇਆ, ਉਹ ਵੀ ਦੇਖ ਕੇ ਹੈਰਾਨ ਹੋ ਗਿਆ। ਫਿਰ ਉਹਦੇ ਘਰ ਵਾਲੇ ਨੂੰ ਪਤਾ ਲੱਗਾ ਕਿ ਵਾਕਿਆ ਹੀ ਜਿਹੜੀ ਸੰਤਾਂ ਦੀ ਸੇਵਾ ਕੀਤੀ ਨਹੀਂ ਕਦੀ ਵਿਅਰਥ ਨਹੀਂ ਜਾਂਦੀ, ਕਿਉਂਕਿ ਇਸ ਲੜਕੇ ਦੀ ਮੌਤ ਜਿਹੜੀ ਸੀ ਉਹ ਪਿਛਲੇ ਲੇਖੇ ਜੋਖੇ ਹਿਸਾਬ ਦੇ ਨਾਲ ਇਸ ਸੱਪ ਦੇ ਨਾਲ ਜਿਹੜੀ ਸੀਗੀ ਉਹ ਹੋਣੀ ਜਿਹੜੀ ਸੀ ਉਹ ਪੂਰੀ ਨਿਸ਼ਚਿਤ ਹੋਈ ਉਹ ਸੀਗੀ ਵਿਧੀ ਵਿਧਾਨ ਦੇ ਅਨੁਸਾਰ। ਪਰ ਦੇਖੋ ਮਹਾਂਪੁਰਖਾਂ ਨੇ ਕਿਵੇਂ ਇੱਕ ਉਂਗਲ ਦੇ ਵਿੱਚੋਂ ਜਿਹੜਾ ਸੀਗਾ ਉਹ ਅੰਮ੍ਰਿਤ ਰਸ ਦਾ ਇੱਕ ਤਿਬਕਾ ਜਿਹੜਾ ਸੀ ਚਵਾਇਆ ਅਤੇ ਉਹ ਬੱਚੇ ਦੇ ਮੂੰਹ 'ਚ ਗਿਆ ਅਤੇ ਉਹ ਜ਼ਿਆਦਾ ਫਿਰ ਦੁਬਾਰਾ ਫਿਰ ਸਰਜੀਤ ਹੋ ਗਿਆ। ਜਦ ਸਰਜੀਤ ਹੋਇਆ ਫਿਰ ਜਿਹੜੇ ਹੋਰ ਮਹਾਤਮਾ ਸੀ ਉਹਨਾਂ ਨੇ ਫਿਰ ਉਸ ਜਿਹੜੇ ਪੂਰਨ ਪੁੱਜੇ ਹੋਏ ਸਾਧੂ ਸੀ ਜਿਨ੍ਹਾਂ ਦੀ ਉਂਗਲੀ ਦੇ ਵਿੱਚੋਂ ਉਹ ਤਰਲ ਪਦਾਰਥ ਨਿਕਲਿਆ ਸੀ, ਉਹਨਾਂ ਨੂੰ ਪੁੱਛਿਆ ਕਿ ਮਹਾਂਪੁਰਖੋ ਆਪ ਨੇ ਆਪਣੀ ਉਂਗਲੀ ਦੇ ਵਿੱਚੋਂ ਮੰਤਰ ਪੜ੍ਹ ਕੇ ਕਿਹੜੀ ਚੀਜ਼ ਪੈਦਾ ਕਰ ਦਿੱਤੀ ਕਿ ਇਸ ਬੱਚੇ ਨੂੰ ਜਿਹੜੀ ਦੁਬਾਰਾ ਜ਼ਿੰਦਗੀ ਮਿਲੀ ਆ। ਫਿਰ ਉਸ ਮਹਾਤਮਾ ਨੇ ਕਿਹਾ, ਕਹਿੰਦੇ ਵੀ ਮੈਂ ਕੀਤਾ ਕੁਛ ਨਹੀਂ, ਅਸਲ ਦੇ ਵਿੱਚ ਇਹ ਸਾਰਾ ਨਾਮ ਜਪ ਦਾ ਪ੍ਰਤਾਪ ਹੈਗਾ, ਪਰਮੇਸ਼ਰ ਦੀ ਜਿਹੜੀ ਬੰਦਗੀ ਹੈਗੀ ਆ ਬੰਦਗੀ ਦਾ ਪ੍ਰਤਾਪ ਹੈਗਾ। ਕਹਿੰਦੇ ਦੇਖੋ ਮੇਰੇ ਸਰੀਰ ਦੇ ਵਿੱਚ ਜੋ ਤੁਹਾਨੂੰ ਚੀਜ਼ ਨਜ਼ਰ ਆ ਰਹੀ ਹੈ ਅਸਲ ਦੇ ਵਿੱਚ ਉਹ ਚੀਜ਼ ਹੈ ਨਹੀਂ ਆ। ਨਾ ਤਾਂ ਮੇਰੇ ਸਰੀਰ ਦੇ ਵਿੱਚ ਜੋ ਤੁਹਾਨੂੰ ਚਮੜੀ 'ਚ ਨਜ਼ਰ ਆ ਰਹੀ ਹੈ, ਨਾ ਮੇਰੀ ਚਮੜੀ ਹੈ, ਨਾ ਹੱਡ ਹੈ, ਨਾ ਮਾਸ ਹੈ, ਨਾ ਅੰਦਰ ਜਿਹੜੇ ਹੈਗਾ ਮਿਹਦਾ ਹੈਗਾ, ਨਾ ਕੋਈ ਹੋਰ ਚੀਜ਼ ਆ। ਕੇਵਲ ਅਤੇ ਕੇਵਲ ਨਾਮ ਜਪ ਦੀ ਕਮਾਈ ਦਾ ਸਦਕਾ ਮੇਰੇ ਸਰੀਰ ਦੀ ਐਸੀ ਅਵਸਥਾ ਹੋ ਗਈ ਕਿ ਮੇਰਾ ਸਰੀਰ ਜਿਹੜਾ ਹੈਗਾ ਨਾਮ ਜਪ ਕੇ ਵਾਹਿਗੁਰੂ ਦਾ ਉਹ ਪੂਰਾ ਨਾਮ ਜਿਹੜਾ ਰੂਪੀ ਅੰਮ੍ਰਿਤ ਉਹ ਅੰਦਰ ਬਣ ਗਿਆ ਹੈਗਾ। ਬਸ ਕਹਿੰਦੇ ਉਸੇ ਅੰਮ੍ਰਿਤ ਦਾ ਸਦਕਾ ਜਿਹੜੀ ਸੀ ਮੇਰੀ ਭਾਵਨਾ ਜੋ ਸੀਗੀ ਉਸ ਭਾਵਨਾ ਨੂੰ ਫਲ ਲੱਗਾ ਅਤੇ ਮੇਰਾ ਜੋ ਸੰਕਲਪ ਸੀਗਾ ਉਂਗਲੀ ਦੇ ਵਿੱਚੋਂ ਉਹੀ ਜਿਹੜੇ ਨਾਮ ਰੂਪੀ ਅੰਮ੍ਰਿਤ ਸੀ ਪ੍ਰਗਟ ਹੋ ਗਏ ਉਸ ਬੱਚੇ ਦੇ ਜਿਹੜੇ ਉਹ ਮੁੱਖ ਦੇ ਵਿੱਚ ਚਲਾ ਗਿਆ ਅਤੇ ਉਹ ਬੱਚਾ ਫਿਰ ਦੁਬਾਰਾ ਸਰਜੀਤ ਹੋ ਗਿਆ। ਇਹ ਹੈ ਸੰਤ ਸੇਵਾ ਦਾ ਫਲ। ਸੋ ਇਸ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਹੈ ਮਹਾਤਮਾ ਇੱਕ ਹੋਰ ਦੱਸਦੇ ਹੁੰਦੇ ਸੀ। ਉਹ ਕਹਿਣ ਲੱਗੇ ਵੀ ਇੱਕ ਵਾਰੀ ਇੱਕ ਸੇਠ ਹੁੰਦਾ ਸੀਗਾ, ਉਹ ਸੇਠ ਵੀ ਜਿਹੜਾ ਉਹ ਸੰਤ ਸੇਵਾ ਦਾ ਬੜਾ ਪੁਜਾਰੀ ਸੀਗਾ, ਬਹੁਤ ਜ਼ਿਆਦਾ ਸੰਤ ਸੇਵਾ ਨੂੰ ਜਿਹੜੀ ਮਾਨਤਾ ਦਿੰਦਾ ਹੁੰਦਾ ਸੀ। ਉਹਨੇ ਇਸ ਸੰਤ ਸੇਵਾ ਦੀ ਮਹਿਮਾ ਜਿਹੜੀ ਸੀ ਉਹ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਦੱਸੀ ਸੀ, ਤਾਂ ਜੋ ਬੱਚੇ ਵੀ ਜਿਹੜੇ ਬਚਪਨ ਦੇ ਵਿੱਚ ਉਹਨਾਂ ਦਾ ਰੁਝਾਨ ਵੀ ਸੰਤ ਸੇਵਾ ਵੱਲ ਜ਼ਿਆਦਾ ਝੁਕਾਅ ਹੋ ਜਾਵੇ, ਜ਼ਿਆਦਾ ਪ੍ਰਬਲ ਹੋ ਜਾਵੇ। ਕਹਿੰਦੇ ਕਰਦੇ ਕਰਦੇ ਉਸ ਸੇਠ ਦਾ ਇੱਕ ਲੜਕਾ ਸੀਗਾ ਜਿਹਦੀ ਉਮਰ ਉਸ ਟਾਈਮ ਤਕਰੀਬਨ 4 ਸਾਲ ਦੇ ਕਰੀਬ ਸੀ।
ਇੱਕ ਵਾਰੀ ਸੀ ਉਸੇ ਸੇਠ ਨੇ ਹੈ ਨਾ ਘਰ ਦੇ ਵਿੱਚ ਸਾਧੂਆਂ ਨੂੰ ਜਿਹੜਾ ਭੋਜਨ ਛਕਾਉਣਾ ਸੀਗਾ, ਲੰਗਰ ਛਕਾਉਣਾ ਸੀਗਾ, ਕੋਈ ਸਾਧੂ ਘਰ 'ਚ ਬੁਲਾਏ। ਜਦ ਬੁਲਾਏ ਆ ਤੇ ਫਿਰ ਉਹ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਪਿਆਂ ਦੀ ਸੰਗਤ ਤੋਂ ਪਤਾ ਲੱਗਦਾ ਸੀਗਾ ਕਿ ਜਦੋਂ ਕੋਈ ਮਹਾਤਮਾ ਚੱਲ ਕੇ ਕਿਸੇ ਦੇ ਘਰ ਦੇ ਵਿੱਚ ਆਉਂਦਾ ਹੈਗਾ ਤੇ ਇਹ ਜਿਹੜੀ ਸੇਵਾ ਹੈ ਨਾ ਇਹ ਨੌਕਰਾਂ ਦੇ ਕੋਲੋਂ ਨਹੀਂ ਕਰਾਈ ਦੀ, ਕੋਸ਼ਿਸ਼ ਕਰੀਦੀ ਵੀ ਇਹ ਸੇਵਾ ਜਿਹੜੀ ਆ ਉਹ ਆਪ ਹੱਥੀਂ ਕੀਤੀ ਜਾਵੇ। ਜਿਹੜੀ ਸੇਵਾ ਜਿਹੜੀ ਆ ਆਪ ਹੱਥੀਂ ਕਰਕੇ ਸੰਤਾਂ ਦੀ ਜਿਹੜੀ ਹੈ ਉਹ ਕੀਤੀ ਜਾਂਦੀ ਆ, ਫਿਰ ਉਹ ਕੀਤੀ ਹੋਈ ਸੇਵਾ ਦਾ ਜਿਹੜਾ ਭਾਗ ਹੈ ਨਾ ਬੜਾ ਉੱਤਮ ਬਣਦਾ ਹੈਗਾ। ਇਹ ਜਿਹੜੀ ਗੱਲ ਸੀਗੀ ਉਸ ਬੱਚੇ ਨੂੰ ਜਿਹੜੀ ਸਤਸੰਗ ਦੁਆਰਾ ਪ੍ਰਾਪਤ ਸੀਗੀ। ਇਸ ਕਰਕੇ ਘਰ ਦੇ ਵਿੱਚ ਚਾਹੇ ਸੇਠ ਦੇ ਬਹੁਤ ਸਾਰੇ ਨੌਕਰ ਸੀਗੇ ਹੈ ਨਾ, ਬਸ ਉਹਨਾਂ ਨੌਕਰਾਂ ਨੂੰ ਜਿਹੜਾ ਸੀਗਾ ਉਹ ਮਹਾਂਪੁਰਖਾਂ ਦੀ ਸੇਵਾ ਵਾਸਤੇ ਬੰਦ ਕਰ ਦਿੱਤਾ ਕਿ ਖੁਦ ਸੇਠ ਅਤੇ ਉਹਦੀ ਜਿਹੜੀ ਘਰ ਵਾਲੀ ਜਿਹੜੀ ਸੀ ਉਹ ਰਲ ਕੇ ਮਿਲ ਕੇ ਆਪ ਹੀ ਹੱਥੀਂ ਜਿਹੜੀ ਉਹ ਸੇਵਾ ਕਰਨ ਲੱਗ ਪਏ। ਜਦ ਸੇਵਾ ਕਰਨ ਲੱਗ ਪਏ ਕੁਦਰਤੀ ਇਸ ਤਰ੍ਹਾਂ ਹੋਇਆ ਕਿ ਘਰ ਦੇ ਵਿੱਚ ਸੰਤਾਂ ਦੀ ਸੇਵਾ ਦੇ ਨਾਲ ਕੁਛ ਫਰੂਟ ਲਿਆਂਦਾ ਸੀਗਾ। ਉਹ ਜਿਹੜਾ ਬੱਚਾ ਸੀਗਾ ਉਹ ਵੀ ਹੈ ਨਾ ਕਰਦ ਲੈ ਕੇ ਜਦ ਫਰੂਟ ਕੱਟਣ ਲੱਗਾ, ਉਹ ਜਿਹੜੀ ਕਰਦ ਸੀ ਉਹਦੀ ਉਂਗਲੀ ਦੇ ਵਿੱਚ ਜਿਹੜੀ ਲੱਗ ਗਈ। ਜਦ ਉਂਗਲੀ 'ਚ ਲੱਗੀ ਆ ਤਾਂ ਉਂਗਲੀ ਦੇ ਵਿੱਚ ਨਾ ਲਹੂ ਨਿਕਲਿਆ। ਜਦ ਲਹੂ ਨਿਕਲਿਆ ਤਾਂ ਖੈਰ ਇਕਲੌਤਾ ਲੜਕਾ ਸੀਗਾ, ਉਹ ਸੇਠ ਨੇ ਕੀ ਕੀਤਾ ਸੀਗਾ ਵੀ ਉਹਦੇ ਉੱਤੇ ਹੈ ਨਾ ਉਂਗਲੀ ਜਿਹੇ 'ਤੇ ਲਹੂ ਨਿਕਲਦਾ ਸੀਗਾ, ਯਕਦਮ ਹੀ ਉੱਤੇ ਕੱਪੜਾ ਉਹਦੀ ਮਾਂ ਨੇ ਜਿਹੜਾ ਸੀ ਉਹ ਬੰਨ੍ਹ ਦਿੱਤਾ ਅਤੇ ਬੱਚੇ ਨੂੰ ਕਹਿਤਾ ਕਿ ਤੂੰ ਹਜੇ ਬੱਚਾ ਹੈਗਾ, ਤੂੰ ਇਹ ਜਿਹੜੇ ਫਲ ਫਰੂਟ ਨਾ ਕਰ ਦੇ ਕੱਟ। ਪਰ ਬੱਚੇ ਆਪਣੀ ਮਾਂ ਨੂੰ ਕਹਿਤਾ ਕਿ ਤੁਸੀਂ ਤਾਂ ਆਪ ਹੀ ਕਹਿੰਦੇ ਸੀ ਕਿ ਅਗਰ ਕੋਈ ਸਾਧੂ ਸੰਤ ਘਰ ਦੇ ਵਿੱਚ ਉਹਦੀ ਸੇਵਾ ਆਪ ਕਰਨੀ ਚਾਹੀਦੀ ਹੈਗੀ ਆ। ਇਹ ਸੁਣ ਕੇ ਮਾਂ ਬਾਪ ਤਾਂ ਉਹਦੇ ਚੁੱਪ ਕਰ ਗਏ, ਪਰ ਬੱਚੇ ਨੂੰ ਕਹਿਤਾ ਕਿ ਗੱਲ ਤਾਂ ਠੀਕ ਹੈਗੀ ਆ, ਪਰ ਤੇਰੀ ਉਮਰ ਅਜੇ ਛੋਟੀ ਹੈਗੀ ਆ, ਇਸ ਕਰਕੇ ਦੇਖ ਤੂੰ ਬੇਧਿਆਨ ਹੋ ਕੇ ਕੰਮ ਕੀਤਾ ਜਿਹਦੇ ਨਾਲ ਤੇਰੀ ਉਂਗਲੀ ਜਿਹੜੀ ਸੀ ਉਹ ਕੱਟੀ ਗਈ ਆ। ਖੈਰ ਇਹ ਜਿਹੜੀ ਗੱਲ ਸੀਗੀ ਜਦ ਮਹਾਂਪੁਰਖਾਂ ਨੂੰ ਭੋਜਨ ਛਕਾਉਣ ਲੱਗੇ ਤਾਂ ਉਹ ਜਿਹੜੇ ਸੇਠ ਨੇ ਨਾ ਜਿੰਨੇ ਸੰਤ ਸਾਧੂ ਸੀਗੇ ਘਰ ਦੇ ਵਿੱਚ ਪ੍ਰਵੇਸ਼ ਜੇ ਨਹੀਂ ਕੀਤਾ ਸੀਗਾ, ਉਹਨਾਂ ਨੂੰ ਦੱਸੀ ਕਿ ਕਿਵੇਂ ਉਹ ਮੇਰਾ ਲੜਕਾ ਜਿਹੜਾ ਸੀਗਾ ਉਹ ਫਰੂਟ ਫਲ ਕੱਟਣ ਲੱਗਾ ਅਤੇ ਉਹਦੀ ਉਂਗਲੀ ਕੱਟੀ ਗਈ। ਜਦ ਉਂਗਲੀ ਕੱਟੀ ਗਈ ਤਾਂ ਕੋਈ ਸਾਧੂ ਜਿਹੜਾ ਸੀਗਾ ਉਹ ਕੁਛ ਨਹੀਂ ਬੋਲਿਆ ਅਤੇ ਫਿਰ ਉਹ ਕਹਿਣ ਲੱਗਾ ਵੀ ਚਲੋ ਠੀਕ ਆ। ਉਹਨੇ ਕੀ ਕੀਤਾ ਸੇਠ ਨੇ ਉਹ ਸਾਧੂਆਂ ਦੀ ਜਿਹੜੀ ਸੀਗੀ ਆਓ ਭਗਤ ਦੀ ਸੰਗਤ ਦੀ ਸੇਵਾ ਜਿਹੜੀ ਸੀ ਸਾਰੀ ਕੀਤੀ। ਉਸ ਤੋਂ ਬਾਅਦ ਸਾਧੂ ਜਿਹੜੇ ਸੀਗੇ ਉਹ ਲੰਗਰ ਛਕ ਕੇ ਉਹਦੇ ਘਰੋਂ ਚਲੇ ਗਏ। ਜਦ ਚਲੇ ਗਏ ਸਮਾਂ ਇਸ ਤਰ੍ਹਾਂ ਦਾ ਬਤੀਤ ਹੋਇਆ, ਬੱਚਾ ਜਿਹੜਾ ਸੀ ਉਹਦੀ ਉਮਰ ਵੱਧਦੀ ਗਈ। ਤਕਰੀਬਨ ਉਹ ਸਮਾਂ ਐਸਾ ਆ ਗਿਆ ਜਦੋਂ ਉਹਦੀ ਉਮਰ ਤਕਰੀਬਨ 20-22 ਸਾਲ ਦੇ ਕਰੀਬ ਹੋਈ। ਜਦ ਉਹ 20-22 ਸਾਲ ਦੇ ਕਰੀਬ ਹੋਏ ਬੱਚਾ ਬੜਾ ਹੋਣਹਾਰ ਹੋਇਆ ਕਿਉਂਕਿ ਸੰਤ ਸੇਵੀ ਸੀਗਾ। ਇਸ ਕਰਕੇ ਉਹ ਜਿਹੜੇ ਕੰਮ ਦੇ ਵਿੱਚ ਸੀਗਾ ਜੋ ਵੀ ਕੰਮ ਕਰਦਾ ਉਹਦੇ ਵਿੱਚ ਬੜਾ ਉਹਨੂੰ ਹੁਨਰ ਸੀਗਾ, ਬੜਾ ਉਸਤਾਦ ਹੋ ਗਿਆ ਸੀਗਾ, ਕਿਸੇ ਵੀ ਕੰਮ ਨੂੰ ਬੜੇ ਸਹਿਜ ਦੇ ਵਿੱਚ ਕਰ ਲੈਂਦਾ ਸੀਗਾ। ਇਸ ਕਰਕੇ ਉਹਦੀ ਜਿਹੜੀ ਲੋਕਪ੍ਰਿਯਤਾ ਸੀਗੀ ਉਹ ਬਾਕੀ ਆਮ ਬੱਚਿਆਂ ਦੇ ਨਾਲੋਂ ਜਿਹੜੀ ਸੀ ਉਹ ਜ਼ਿਆਦਾ ਸੀਗੀ। ਫਿਰ ਸਮਾਂ ਆਇਆ ਜਦ ਨੂੰ ਉਹਨਾਂ ਕਈ ਰਿਸ਼ਤੇ ਆਉਣ ਲੱਗੇ। ਜਦ ਇੱਕ ਬਹੁਤ ਹੀ ਹੈ ਨਾ ਸੁੰਦਰ ਲੜਕੀ ਦਾ ਰਿਸ਼ਤਾ ਕਿਸੇ ਦੂਸਰੇ ਘਰੋਂ ਜਦ ਉਹਨੂੰ ਆਇਆ, ਉਹ ਸੇਠ ਨੇ ਕੀਤਾ ਨਾ ਘਰ ਦੇ ਵਿੱਚ ਇੱਕ ਪੰਡਤ ਬੁਲਾਇਆ। ਪੰਡਤ ਬੁਲਾ ਕੇ ਤਾਂ ਜਿਹੜੀ ਸੀ ਉਹਦੀ ਜਿਹੜਾ ਜੋਤਿਸ਼ ਪੱਤਰਾ ਸੀਗਾ ਹੈ ਨਾ ਜਿਸ ਲੜਕੀ ਦਾ ਰਿਸ਼ਤਾ ਆਇਆ ਸੀਗਾ ਉਹਦੇ ਨਾਲ ਜਾਣੀ ਕਿ ਉਹਨੂੰ ਮਿਲਾਇਆ। ਜਦ ਮਿਲਾਇਆ ਤਾਂ ਫਿਰ ਉਹ ਜੋਸ਼ੀ ਨੇ ਜਿਹੜਾ ਸੀਗਾ ਬੜਾ ਮਾਹਰ ਸੀਗਾ, ਉਹਨੇ ਦੱਸਿਆ ਹੈਗਾ ਕਿ ਇਹ ਦੋਨੇ ਪੱਤਰੇ ਜਿਹੜੇ ਹੈ ਬੜੇ ਸੰਯੋਗ ਵਾਲੇ, ਆਪਸ ਵਿੱਚ ਬੜੇ ਮਿਲਦੇ ਜੁਲਦੇ ਆ, ਇਸ ਕਰਕੇ ਤੁਸੀਂ ਜਿੰਨੀ ਵੀ ਛੇਤੀ ਹੋ ਸਕੇ ਨਾ ਇਹਨਾਂ ਦਾ ਰਿਸ਼ਤਾ ਕਰ ਦਿਓ। ਦੇਖੋ ਇੱਧਰੋਂ ਤਾਂ ਇਹ ਨਹੀਂ ਹੈ ਨਾ ਜੋਤਿਸ਼ ਦੇ ਪੱਤਰੇ ਮਿਲਾ ਲਏ, ਪਰ ਉਹ ਜਿਹੜੀ ਲੜਕੀ ਦੇ ਮਾਤਾ ਪਿਤਾ ਸੀ ਉਹਨੇ ਵੀ ਇੱਕ ਜੋਤਿਸ਼ੀ ਸੱਦਿਆ ਉਹਨੇ ਵੀ ਇਹਦਾ ਜਿਹੜਾ ਸੀਗਾ ਟੇਵਾ ਜਾਂ ਜੋਸ਼ ਪੱਤਰਾ ਜਿਹੜਾ ਸੀਗਾ ਉਹ ਲੈ ਗਏ। ਜਾਂ ਤਾਂ ਉੱਥੇ ਲੈ ਗਏ ਜਿਹੜੇ ਦੂਸਰੇ ਜੋਸ਼ੀ ਨੇ ਜਦੋਂ ਉਹ ਟੇਵਾ ਵਗੈਰਾ ਮਿਲਾਇਆ, ਬਾਕੀ ਤਾਂ ਸਾਰੀਆਂ ਗੱਲਾਂ ਉਹਨੇ ਆਪਣੇ ਹਿਸਾਬ ਨਾਲ ਦੇਖੀਆਂ, ਜੋਸ਼ ਦੀ ਵਿਦਿਆ ਦੇ ਹਿਸਾਬ ਨਾਲ ਸਭ ਠੀਕ ਆ, ਪਰ ਨਾਲ ਉਹਨੇ ਕਹਿਤਾ ਵੀ ਇਹ ਜਿਹੜਾ ਲੜਕਾ ਆ ਵੀ ਬਾਕੀ ਤਾਂ ਇਹਦਾ ਜੋਰ ਸਾਰਾ ਜੀਵਨ ਜੋ ਵੀ ਉਹ ਬੜਾ ਵਧੀਆ ਹੈਗਾ, ਸੋਹਣਾ ਹੈਗਾ, ਪਰ ਇਹਦੀ ਇੱਕ ਜਿਹੜੀ ਹੈ ਨਾ ਬੜੀ ਦੁਰਭਾਗ ਇਹਦੀ ਜ਼ਿੰਦਗੀ 'ਚ ਘਟਨਾ ਇਹ ਹੈਗੀ ਹੈ ਕਿ ਇਹਦਾ ਇੱਕ ਹੱਥ ਜਿਹੜਾ ਹੈ ਨਾ ਕੱਟਿਆ ਹੋਇਆ ਹੈਗਾ। ਜਦ ਇੰਨੀ ਗੱਲ ਹੋਈ ਉਹ ਲੜਕੀ ਦੇ ਮਾਤਾ ਪਿਤਾ ਬੜੇ ਹੈਰਾਨ ਹੋਏ। ਉਹ ਕਹਿਣ ਲੱਗੇ ਵੀ ਇਹਦਾ ਹੱਥ ਕੱਟਿਆ ਹੋਇਆ, ਇਹਦੇ 'ਚ ਸਾਨੂੰ ਖਬਰ ਹੀ ਨਹੀਂ। ਪਰ ਉਹ ਜੋਸ਼ੀ ਨੇ ਕਹਿਤਾ ਵੀ ਇਹ ਗੱਲ ਪੱਕੀ ਹੈਗੀ ਆ। ਉਹ ਫਿਰ ਮਾਪੇ ਕਹਿਣ ਲੱਗੇ ਤੁਹਾਨੂੰ ਕਿਵੇਂ ਪਤਾ ਕਿ ਇਹਦਾ ਹੱਥ ਕੱਟਿਆ ਹੈ? ਫਿਰ ਉਹ ਜਿਹੜਾ ਪੰਡਤ ਸੀਗਾ ਨਾ ਜੋਤਿਸ਼ ਵਾਲਾ, ਉਹਨੇ ਫਿਰ ਪੱਤਰੇ ਦੇ ਹਿਸਾਬ ਨਾਲ ਦੱਸਿਆ, ਕਹਿੰਦਾ ਇਸ ਪੱਤਰੇ ਵਿੱਚ ਲਿਖਿਆ ਕਿ ਜਿਸ ਵੀ ਜੋਸ਼ੀ ਜੋ ਨੇ ਪੱਤਰਾ ਬਣਾਇਆ ਹੈ ਨਾ ਉਹਨੇ ਇਹਦੇ ਵਿੱਚ ਗੱਲ ਇੱਕ ਖਾਸ ਨੋਟ ਕਰਕੇ ਲਿਖ ਦਿੱਤੀ ਹੈ ਕਿ ਇਹ ਲੜਕਾ ਜਦ 4 ਸਾਲ ਦਾ ਹੋਊਗਾ ਨਾ ਇਹਦਾ ਇੱਕ ਜਿਹੜਾ ਹੱਥ ਆ ਉਹ ਕੱਟਿਆ ਜਾਊਗਾ। ਇਸ ਕਰਕੇ ਉਹਦਾ ਜਿਹੜਾ ਹੱਥ ਉਹ ਕੱਟਿਆ ਹੋਇਆ ਡੁਪਲੀਕੇਟ ਆ। ਜਦ ਇਸ ਤਰ੍ਹਾਂ ਦੀ ਜਿਹੜੀ ਘਟਨਾ ਸੀ ਦਹਿਸ਼ਤ ਵਾਂਗੂ ਜਿਹੜੀ ਸੀ ਉਹ ਫੈਲ ਗਈ। ਲੜਕੀ ਦੇ ਮਾਂ ਬਾਪ ਵੀ ਬੜੇ ਹੈਰਾਨ ਹੋਏ। ਖੈਰ ਉਹਨੇ ਕੀ ਕੀਤਾ ਵੀ ਚੱਲ ਹੋਵੇ ਨਾ ਹੋਵੇ ਪਹਿਲਾਂ ਆਪ ਹੀ ਤਸੱਲੀ ਕਰਕੇ ਦੇਖ ਲਈਏ। ਇਸ ਕਰਕੇ ਉਹਨੇ ਲੜਕੇ ਵਾਲਿਆਂ ਨੂੰ ਕਹਿ ਦਿੱਤਾ ਕਿ ਅਸੀਂ ਹੈ ਨਾ ਤੁਹਾਡਾ ਲੜਕਾ ਪਹਿਲਾਂ ਦੇਖਣਾ ਹੈਗਾ, ਫਿਰ ਅਸੀਂ ਗੱਲਬਾਤ ਅੱਗੇ ਤੋਰਨੀ ਆ। ਜਦ ਇਸ ਤਰ੍ਹਾਂ ਦੀ ਗੱਲਬਾਤ ਹੋਈ ਅਤੇ ਜਦੋਂ ਉਹ ਲੜਕੀ ਵਾਲਿਆਂ ਨੇ ਉਹ ਲੜਕਾ ਸੇਠ ਦਾ ਦੇਖਿਆ, ਜਦ ਦੇਖਿਆ ਹੈਗਾ ਤਾਂ ਉਹ ਫਿਰ ਲੜਕੀ ਦੀ ਜਿਹੜੀ ਮਾਂ ਸੀ ਉਹਨੇ ਕਹਿ ਦਿੱਤਾ
ਕਿ ਸੇਠ ਜੀ ਤੁਸੀਂ ਸਾਡੇ ਨਾਲ ਬੜਾ ਧੋਖਾ ਕੀਤਾ, ਤੁਹਾਡੇ ਲੜਕੇ ਦਾ ਤਾਂ ਇੱਕ ਹੱਥ ਕੱਟਿਆ ਹੋਇਆ ਹੈਗਾ। ਜਦ ਇੰਨੀ ਗੱਲ ਹੋਈ ਉਹ ਸੇਠ ਬੜਾ ਹੈਰਾਨ ਹੋ, ਕਹਿੰਦਾ ਵੀ ਮੇਰੇ ਲੜਕੇ ਦਾ ਇੱਕ ਹੱਥ ਕਿੱਥੋਂ ਕੱਟਿਆ ਹੈ, ਮੇਰੇ ਲੜਕੇ ਦੇ ਹੱਥ ਤਾਂ ਸਾਰੇ ਸਹੀ ਆ, ਇਹ ਤਾਂ ਸਾਰੇ ਹੀ ਕੰਮ ਕਰਦਾ ਹੈਗਾ। ਪਰ ਯਾਰ ਗੱਲ ਜਿਹੜੀ ਸੀ ਵਿਚਾਰ ਕਰਦਿਆਂ ਕਰਦਿਆਂ ਗਾਂਹ ਹੋਈ, ਪਰ ਉਹ ਲੜਕੀ ਵਾਲੇ ਕਹਿਣ ਨਹੀਂ ਜੀ ਬਿਲਕੁਲ ਗੱਲ ਸਹੀ ਹੈਗੀ ਆ, ਤੁਸੀਂ ਜਿਹੜਾ ਹੱਥ ਕੱਟਿਆ ਹੋਇਆ ਹੈ ਨਾ ਇਹਦੀ ਪਲਾਸਟਿਕ ਸਰਜਰੀ ਕਰਕੇ ਕੋਈ ਇਸ ਤਰ੍ਹਾਂ ਦਾ ਡੁਪਲੀਕੇਟ ਹੱਥ ਲਾ ਲਿਆ ਤਾਂ ਜੋ ਕਿਸੇ ਨੂੰ ਹੈ ਨਾ ਦਿਸੇ ਮਾਲੂਮ ਨਾ ਹੋਵੇ। ਖੈਰ ਪਰ ਜਦ ਉਹਦੇ ਸੇਠ ਨੇ ਆਪਣੇ ਲੜਕੇ ਦੇ ਦੋਨੇ ਹੱਥ ਅੱਗੇ ਕੀਤੇ, ਉਹ ਕਹਿਣ ਲੱਗੇ ਜੇ ਕੱਟਿਆ ਹੁੰਦਾ ਤਾਂ ਸਾਨੂੰ ਨਹੀਂ ਪਤਾ ਸੀਗਾ ਕਿ ਇਹਦਾ ਹੱਥ ਕੱਟਿਆ ਹੋਇਆ ਹੈ। ਖੈਰ ਇਸ ਤਰ੍ਹਾਂ ਦੀ ਵਿਚਾਰ ਕਰਦਿਆਂ ਕਰਦਿਆਂ ਥੋੜ੍ਹੀ ਜਿਹੀ ਤੋਂ ਵਿਚਾਰ ਗਰਮ ਹੋਈ ਅਤੇ ਲੜਕੀ ਦੀ ਮਾਂ ਨੇ ਜਿਹੜੀ ਸੀ ਇਹ ਗੱਲ ਕਹੀ ਕਿ ਇਹ ਜਿਹੜਾ ਹੱਥ ਤੁਹਾਡਾ ਕੱਟਿਆ ਹੋਇਆ ਤੁਸੀਂ ਚਾਹੇ ਸਾਨੂੰ ਯਕੀਨ ਦਿਵਾਵੋ ਚਾਹੇ ਨਾ ਦਿਵਾਓ, ਪਰ ਇਹ ਗੱਲ ਪੱਕੀ ਆ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਉਹ ਲੜਕੇ ਦੀ ਮਾਂ ਨੇ ਇਹ ਗੱਲ ਆਖੀ ਆ ਕਿ ਦੇਖੋ ਲੜਕਾ ਮੇਰਾ ਹੈਗਾ, ਮੇਰੇ ਲੜਕੇ ਦਾ ਹੱਥ ਨਹੀਂ ਕੱਟਿਆ, ਪਰ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਮੇਰਾ ਜਦੋਂ ਬੱਚਾ ਹੈ ਨਾ 4 ਸਾਲ ਦਾ ਹੋਇਆ ਸੀ, ਉਸ ਟਾਈਮ ਇਹਦੇ ਹੱਥ ਦੇ ਉੱਤੇ ਜਦ ਸਾਡੇ ਸਾਧੂ ਸੰਤ ਮਹਾਤਮਾ ਆਏ ਸੀ, ਅਸੀਂ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ ਸੀਗਾ, ਉਸ ਟਾਈਮ ਇਹਦੀ ਉਂਗਲੀ ਜਿਹੜੀ ਸੀ ਨਾ ਇੱਕ ਕਰਦ ਦੇ ਨਾਲ ਕੱਟੀ ਗਈ ਸੀਗੀ। ਉਹ ਜਿਹੜੀ ਉਂਗਲੀ ਸੀਗੀ ਉਹ 'ਚ ਲਹੂ ਨਿਕਲਿਆ ਸੀਗਾ ਅਤੇ ਵੈਸੇ ਤਾਂ ਉਂਗਲੀ ਪੂਰੀ ਤਰ੍ਹਾਂ ਨਹੀਂ ਸੀ ਕੱਟੀ, ਲੇਕਿਨ ਹਾਂ ਇੰਨਾ ਜ਼ਰੂਰ ਸੀਗਾ ਉੱਤੇ ਕਰਦ ਲੱਗੀ ਸੀਗੀ। ਪਰ ਹੱਥ ਦੀ ਗੱਲ ਤਾਂ ਸਾਰੀ ਅਫਵਾਹ ਹੈਗੀ ਆ, ਹੱਥ ਕਿੱਥੋਂ ਕੱਟਿਆ ਗਿਆ ਹੈਗਾ ਇਹ ਘਟਨਾ ਤਾਂ ਸਾਨੂੰ ਕਹਿੰਦੇ ਪਤਾ ਹੈਗੀ ਜਦੋਂ 4 ਸਾਲ ਦਾ ਸੀਗਾ ਅਤੇ ਜਦੋਂ ਫਲ ਫਰੂਟ ਜਿਹੜਾ ਸੀ ਕੱਟਣ ਲੱਗਾ ਸੀਗਾ ਨਿੱਕਾ ਹੁੰਦਾ, ਉਹ ਕਰਦ ਜਿਹੜੀ ਸੀ ਤੇ ਉਂਗਲੀ 'ਤੇ ਫਿਰ ਗਈ ਸੀ, ਜੇ ਤੋਂ ਲਹੂ ਜਿਹੜਾ ਸੀ ਉਹ ਨਿਕਲਿਆ ਸੀਗਾ। ਖੈਰ ਜਦ ਇਹ ਗੱਲ ਹੋਈ ਫਿਰ ਉਹ ਦੇਖੋ ਲੜਕੀ ਦੀ ਮਾਂ ਨੇ ਹੈ ਨਾ ਉਹਨਾਂ ਦਾ ਟੇਵਾ ਜਿਹੜਾ ਸੀ ਉਹ ਦਿਖਾਇਆ, ਕਹਿੰਦੇ ਦੇਖੋ ਇਹਦੇ ਵਿੱਚ ਆਹ ਖਾਸ ਕਰਕੇ ਲਿਖਿਆ ਹੈਗਾ ਵੀ ਤੁਹਾਡੇ ਲੜਕੇ ਦਾ ਹੱਥ ਜਿਹੜਾ ਹੈ ਨਾ 4 ਸਾਲ ਦੀ ਉਮਰ 'ਚ ਕੱਟਿਆ ਜਾਊਗਾ। ਇਹ ਉਹ ਟੇਵਾ ਜਿਹੜਾ ਤੁਸੀਂ ਹੈ ਨਾ ਆਪਣੇ ਪੰਡਤ ਤੋਂ ਬਣਾਇਆ ਹੈਗਾ, ਉਹਨੇ ਵਿੱਚ ਲਿਖ ਦਿੱਤੀ ਇਹ ਗੱਲ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹ ਲੜਕਾ ਜਿਹੜਾ ਸੀਗਾ ਉਹ ਵੀ ਬੜਾ ਹੈਰਾਨ ਹੋਇਆ। ਫਿਰ ਉਹ ਲੜਕੇ ਦੇ ਮਾਂ ਬਾਪ ਵੀ ਬੜੇ ਹੈਰਾਨ ਹੋਏ ਵੀ ਅਸੀਂ ਜੇ ਇਸ ਪੰਡਤ ਤੋਂ ਇੰਨੇ ਪੈਸੇ ਦੇ ਕੇ ਜਿਹੜਾ ਬੜਾ ਉੱਚ ਕੋਟੀ ਦਾ ਪੰਡਤ ਸੀਗਾ ਤੋਂ ਟੇਵਾ ਲਿਖਾਇਆ ਸੀ, ਪਰ ਸਾਨੂੰ ਤਾਂ ਉਹਨੇ ਦੱਸਿਆ ਨਹੀਂ ਕਿ ਇਹ ਘਟਨਾ ਜਿਹੜੀ ਹੈਗੀ ਇਹਦੇ ਨਾਲ ਹੋਊਗੀ। ਖੈਰ ਉਹ ਸੇਠ ਨੇ ਕੀ ਕੀਤਾ, ਫਿਰ ਉਹ ਤੋਂ ਬਾਅਦ ਨਾ ਉਸ ਪੰਡਤ ਨੂੰ ਬੁਲਾਇਆ ਜਿੱਤੋਂ ਨਾ ਉਹਨੇ ਆਪਣੇ ਲੜਕੇ ਦਾ ਟੇਵਾ ਜਿਹੜਾ ਸੀ ਬਣਾਇਆ ਸੀਗਾ। ਫਿਰ ਦੇਖੋ ਉਹ ਜਿਹੜਾ ਜੋਤਸ਼ੀ ਸੀਗਾ ਜਦੋਂ ਉਹ ਸੇਠ ਦੇ ਘਰ ਆਇਆ ਅਤੇ ਉਹਨੇ ਫਿਰ ਜਦ ਟੇਵਾ ਚੈੱਕ ਕੀਤਾ ਅਤੇ ਉਹਨੇ ਦੱਸਿਆ ਵੀ ਠੀਕ ਹੈ ਟੇਵਾ ਤਾਂ ਮੇਰੇ ਹੱਥਾਂ ਦਾ ਬਣਿਆ ਹੈ, ਇਹਦੇ ਵਿੱਚ ਮੈਂ ਹੀ ਲਿਖਿਆ ਹੈਗਾ ਕਿ 4 ਸਾਲ ਤੋਂ ਬਾਅਦ ਇਹਦਾ ਹੱਥ ਕੱਟਿਆ ਜਾਊਗਾ। ਪਰ ਉਹਦੀ ਮਾਂ ਨੇ ਕਿਹਾ ਹੈਗਾ ਕਿ ਇਹਦਾ ਹੱਥ ਨਹੀਂ ਕੱਟਿਆ ਸੀ, ਇਹਦੀ ਉਂਗਲ 'ਤੇ ਉਸ ਟਾਈਮ ਕਰਦ ਲੱਗਾ ਸੀ ਜਦੋਂ ਇਹ ਫਰੂਟ ਕੱਟਦਾ ਸੀਗਾ, ਫਲ ਫਰੂਟ ਕੱਟਣ ਲੱਗਾ ਸੀਗਾ। ਜਦ ਇੰਨੀ ਗੱਲ ਹੋਈ ਫਿਰ ਉਹ ਜੋਸ਼ੀ ਸਮਝਿਆ, ਕਹਿੰਦਾ ਹਾਂ ਕਹਿੰਦਾ ਦਰਅਸਲ ਗੱਲ ਇਹ ਸੀਗੀ ਕਿ ਮੇਰੇ ਜੋਥ ਦੇ ਹਿਸਾਬ ਦੇ ਨਾਲ ਇਹ ਘਟਨਾ ਇਹਦੇ ਨਾਲ ਵਸ਼ ਹੋਣੀ ਸੀਗੀ, ਪਰ ਕਿਉਂਕਿ ਤੁਸੀਂ ਹੈ ਨਾ ਸੰਤਾਂ ਮਹਾਂਪੁਰਖਾਂ ਨੂੰ ਘਰ ਦੇ ਵਿੱਚ ਸੇਵਾ ਵਾਸਤੇ ਪ੍ਰਸ਼ਾਦਾ ਪਾਣੀ ਛਕਾਇਆ ਸੀਗਾ। ਇਹ ਜਿਹੜਾ ਹੱਥ ਕੱਟਣ ਦੀ ਘਟਨਾ ਸੀ ਹੈ ਨਾ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਦਾ ਹੀ ਪ੍ਰਤਾਪ ਹੈਗਾ ਕਿ ਤੁਹਾਡੇ ਲੜਕੇ ਦਾ ਫਿਰ ਹੱਥ ਨਹੀਂ ਕੱਟਿਆ ਗਿਆ, ਪਰ ਉਸ ਟਾਈਮ ਉਂਗਲ ਦੇ ਉੱਤੇ ਜਿਹੜਾ ਸੀ ਉਹ ਕਰਦ ਲੱਗੀ ਸੀ, ਛੋਟਾ ਜਿਹਾ ਜਿਹੜਾ ਸੀ ਉਹ ਲਹੂ ਨਿਕਲਿਆ ਸੀਗਾ। ਪਰ ਐਡੀ ਵੱਡੀ ਜਿਹੜੀ ਘਟਨਾ ਸੀਗੀ ਉਹ ਸੰਤ ਸੇਵਾ ਕਰਕੇ ਤੁਹਾਡੇ ਲੜਕੇ ਦੀ ਉਹ ਟਲ ਗਈ ਸੀ, ਵਰਨਾ ਜਿਹੜਾ ਇਹਦਾ ਹੱਥ ਸੀਗਾ ਹੈ ਨਾ ਗੁੱਟ ਇਸ ਦੁਰਘਟਨਾ ਦੇ ਵਿੱਚ ਜ਼ਰੂਰ 4 ਸਾਲ ਦੀ ਉਮਰ ਦੇ ਵਿੱਚ ਹੋਣਾ ਸੀਗਾ। ਜਦ ਫਿਰ ਇਹ ਗੱਲ ਹੋਈ ਆ ਤਾਂ ਫਿਰ ਸਾਰ ਨੂੰ ਪਤਾ ਲੱਗਾ ਕਿ ਵਾਕਿਆ ਹੀ ਜਿਹੜੀ ਸੰਤ ਸੇਵਾ ਦੀ ਮਹਿਮਾ ਹੈ ਨਾ ਇਹ ਅਪਰੰਪਾਰ ਹੈਗੀ ਆ। ਸੰਤਾਂ ਦੀ ਸੇਵਾ ਜਿਹੜੀ ਹੈ ਉਹ ਇੰਨੀ ਉੱਚੀ ਹੈਗੀ ਆ ਕਿ ਜਿਹੜੇ ਇਨਸਾਨ ਜਾਂ ਗੁਰਸਿੱਖ ਗੁਰਮੁਖ ਪ੍ਰੇਮੀ ਮਹਾਂਪੁਰਖਾਂ ਦੀ ਪ੍ਰਸ਼ਾਦੇ ਪਾਣੀ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਸੇਵਾ ਕਰਦੇ ਹਨ, ਉਹਨਾਂ ਦੇ ਆਉਣ ਵਾਲੇ ਜਿੰਨੇ ਵੀ ਗ੍ਰਹਿ ਹੈਗੇ ਹਨ ਉਹ ਜਿਹੜੇ ਹੈ ਸਿੱਧੇ ਤੌਰ 'ਤੇ ਕੱਟੇ ਜਾਂਦੇ ਆ। ਇਹ ਮਹਾਂਪੁਰਖਾਂ ਦੀ ਸੇਵਾ ਦੀ ਜੋ ਕਮਾਈ ਹੈ ਉਹਦਾ ਫਲ ਹੈਗਾ। ਮਹਾਂਪੁਰਖਾਂ ਦੀ ਜਿਹੜੀ ਸੇਵਾ ਕਰਨੀ ਉਹ ਜ਼ਿੰਦਗੀ ਦਾ ਸਭ ਤੋਂ ਵੱਡਾ ਉੱਤਮ ਕਰਮ ਗਿਣਿਆ ਜਾਂਦਾ। ਇਸੇ ਕਰਕੇ ਸਾਨੂੰ ਬਾਣੀ ਨੇ ਆਖਿਆ, ਕਬੀਰ ਸੇਵਾ ਕੋ ਦੋਏ ਭੁਲੇ, ਇੱਕ ਸੰਤ ਇੱਕ ਰਾਮ, ਰਾਮ ਜੁ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਜੈ ਮਾਰਗ ਪੰਡਤ ਗਏ ਪਾਸ਼ੇ ਪੜੀ ਬਹੀਰ, ਇੱਕ ਅਬ ਘਟ ਘਾਟੀ ਰਾਮ ਕੀ ਤਹਿ ਚੜ੍ਹ ਰਹੋ ਕਬੀਰ, ਤਹਿ ਚੜ੍ਹ ਰਹੋ ਕਬੀਰ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖੇਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।